ਅਸੀਂ ਬਹੁਤ ਵਾਰੀ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿ ਆਸਟ੍ਰੇਲੀਆ ਵਿੱਚ ਕਿਸ ਤਰ੍ਹਾਂ ਦੇ ਟਾਈਮ ਟੂ ਟਾਈਮ ਚੇਂਜਸ ਆਉਂਦੇ ਨੇ। ਸੋ ਇੱਥੇ ਬਹੁਤ ਹੀ ਜ਼ਿਆਦਾ ਹੁਣ ਧਿਆਨ ਦੇਣ ਵਾਲੀ ਸਟੂਡੈਂਟਸ ਲਈ ਗੱਲ ਹੈ ਜਿਹੜੇ 1 ਜੁਲਾਈ ਤੋਂ ਨਵੇਂ ਅਪਡੇਟਸ ਚੇਂਜਸ ਆਏ ਨੇ। ਕਿਹੜੇ ਅਪਡੇਟਸ ਨੇ, ਕਿਹੜੇ ਸਟੂਡੈਂਟਸ ਨੂੰ ਧਿਆਨ ਰੱਖਣਾ ਚਾਹੀਦਾ ਹੈ। ਨਾਲ ਦੇ ਨਾਲ ਆਪਾਂ ਖਾਸ ਤੌਰ ਤੇ ਅੱਜ ਗੱਲ ਕਰਾਂਗੇ GTE ਔਰ SOP ਦੀ ਵੀ। ਤੁਸੀਂ ਸੋਚੋਗੇ ਕਿ ਅਕਸਰ ਆਪਾਂ ਗੱਲ ਕਰਦੇ ਹਾਂ GTE ਔਰ SOP ਨੂੰ ਲੈ ਕੇ, ਪਰ ਅੱਜ ਖਾਸ ਇਸ ਕਰਕੇ ਹੈ ਕਿਉਂਕਿ ਰਿਫਿਊਜ਼ਲਸ ਦਾ ਕਿਤੇ ਨਾ ਕਿਤੇ ਕਾਰਨ ਤੁਹਾਡੀ SOP ਵਿੱਚ ਗਲਤੀ, GTE ਵਿੱਚ ਗਲਤੀ ਬਣ ਰਹੀ ਹੈ। ਕਿਹੜੀ ਉਹ ਗਲਤੀ ਹੈ ਉਹ ਵੀ ਅੱਜ ਤੁਹਾਨੂੰ ਜ਼ਰੂਰ ਦੱਸਾਂਗੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਮੈਂ ਹਾਂ ਹਰਜੋਤ ਕੌਰ ਔਰ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ GT ਵੀਜ਼ਾ ਤੋਂ ਅਬਰੋਡ ਐਜੂਕੇਸ਼ਨ ਐਡਵਾਈਜ਼ਰ ਹਰਪ੍ਰੀਤ ਕੌਰ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਹਰਪ੍ਰੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਹਰਪ੍ਰੀਤ, ਸਭ ਤੋਂ ਪਹਿਲਾਂ ਤਾਂ ਅਪਡੇਟ ਜ਼ਰੂਰ ਸਾਂਝਾ ਕਰਿਓ ਜਿਹੜਾ 1 ਜੁਲਾਈ ਤੋਂ ਜੋ ਹੁਣ ਨਵੇਂ ਚੇਂਜਸ ਹੋ ਚੁੱਕੇ ਨੇ, ਕਿਹਨਾਂ ਲਈ ਇਹ ਚੇਂਜਸ ਨੇ, ਕਿਹੜੇ ਸਟੂਡੈਂਟਸ ਨੂੰ ਇੱਥੇ ਧਿਆਨ ਦੇਣਾ ਪਏਗਾ। ਬਿਲਕੁਲ, ਆਪਾਂ ਆਲਰੇਡੀ ਵੈਸੇ ਚੇਂਜਸ ਬਾਰੇ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿਉਂਕਿ ਇਹ ਚੇਂਜਸ ਜੋ ਹੈਗੇ ਨੇ ਆਲਰੇਡੀ ਫੈਬ 2023 ਦੇ ਵਿੱਚ ਹੀ ਅਨਾਉਂਸ ਕਰਤੇ ਸੀਗੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ। ਬਟ ਇਹ ਜੋ ਚੇਂਜਸ ਨੇ, ਜੋ ਨਿਊ ਪਾਲਿਸੀਜ਼ ਇੰਪਲੀਮੈਂਟ ਹੋਈ ਹੈ ਕੱਲ 1 ਜੁਲਾਈ 2023 ਤੋਂ ਜੋ ਹੈ ਇੰਪਲੀਮੈਂਟ ਹੋ ਜਾਏਗੀ ਕਿਉਂਕਿ ਜੋ ਨਿਊ ਚੇਂਜਸ ਨੇ ਇਹਦੇ ਵਿੱਚ ਉਹ ਦੋ ਪਾਲਿਸੀਜ਼ ਦੇ ਵਿੱਚ ਇਹਨਾਂ ਨੇ ਚੇਂਜਸ ਕੀਤੇ ਸੀਗੇ। ਸਭ ਤੋਂ ਪਹਿਲਾਂ ਇੱਕ ਇਹਨਾਂ ਨੇ ਐਕਸਟੈਂਡਡ ਪੋਸਟ ਸਟੱਡੀ ਵਰਕ ਰਾਈਟਸ ਦਾ ਜੋ ਹੈਗਾ ਬੈਨੀਫਿਟ ਲੈ ਕੇ ਆਏ ਸੀਗੇ। ਇਹ ਸਿਰਫ ਉਹਨਾਂ ਸਟੂਡੈਂਟਸ ਲਈ ਹੈ ਜੋ ਸਟੂਡੈਂਟ ਜੋ ਉਹਨਾਂ ਦੀ ਆਕੂਪੇਸ਼ਨ ਲਿਸਟ ਉਹਨਾਂ ਨੇ ਜਾਰੀ ਕੀਤੀ ਹੈ ਜਾਂ ਜੋ ਕੋਰਸਿਸ ਉਹਨਾਂ ਨੇ ਲਿਸਟ ਜਾਰੀ ਕੀਤੀ ਹੈ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ। ਜੇ ਸਟੂਡੈਂਟ ਉਸ ਦੇ ਅਕੋਰਡਿੰਗਲੀ ਆਪਣੇ ਕੋਰਸਿਸ ਲੈਂਦੇ ਨੇ ਜਾਂ ਉਸ ਆਕੂਪੇਸ਼ਨ ਲਿਸਟ ਦੇ ਅਕੋਰਡਿੰਗਲੀ ਆਪਣੇ ਕੋਰਸਿਸ ਨੂੰ ਚੂਜ਼ ਕਰਦੇ ਨੇ ਬੈਚਲਰ ਲਈ ਜਾਂ ਮਾਸਟਰਸ ਲਈ ਜਾਂ PhD ਲਈ, ਤਾਂ ਉਹ ਸਟੂਡੈਂਟਸ ਜੋ ਹੈਗੇ ਨੇ ਐਡੀਸ਼ਨਲ 2 ਈਅਰ ਉਹਨਾਂ ਨੂੰ ਜੋ ਹੈਗਾ ਐਡੀਸ਼ਨਲ 2 ਇਅਰਸ ਦਾ ਪੋਸਟ ਸਟੱਡੀ ਵਰਕ ਪਰਮਿਟ ਐਡੀਸ਼ਨਲ ਮਿਲੇਗਾ। ਫॉर ਐਗਜ਼ਾਮਪਲ ਜੇ ਕੋਈ ਸਟੂਡੈਂਟ ਨੇ ਬੈਚਲਰਸ ਕਰਨ ਲਈ ਜਾ ਰਿਹਾ ਹੈ ਤੇ ਉਹ ਪਾਰਟਿਕੂਲਰ ਲਿਸਟ ਦੇ ਵਿੱਚ, ਮੈਂ ਐਗਜ਼ਾਮਪਲ ਦੇ ਕੇ ਦੱਸੂੰਗੀ, ਜਿੱਦਾਂ ਕਿ ਕੋਈ ਸਟੂਡੈਂਟ ਬੈਚਲਰ ਆਫ ਨਰਸਿੰਗ ਲਈ ਜਾ ਰਿਹਾ ਹੈ ਆਸਟ੍ਰੇਲੀਆ ਦੇ ਅੰਦਰ ਐਂਡ ਸਟੂਡੈਂਟ ਦਾ ਜੋ ਨਰਸਿੰਗ ਦਾ ਪ੍ਰੋਗਰਾਮ ਹੈ 3 ਇਅਰਸ ਦਾ ਹੈਗਾ, ਤਾਂ ਲੌਜੀਕਲੀ ਜੋ ਹੈਗਾ ਸਟੂਡੈਂਟ ਨੂੰ 2 ਇਅਰਸ ਦਾ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ ਆਸਟ੍ਰੇਲੀਆ ਦੇ ਵਿੱਚ ਸਟੱਡੀ ਕੰਪਲੀਟ ਕਰਨ ਤੋਂ ਬਾਅਦ। ਬਟ ਜੇ ਸਟੂਡੈਂਟ ਬੈਚਲਰ ਆਫ ਨਰਸਿੰਗ ਲਈ ਜਾ ਰਿਹਾ ਤਾਂ ਸਟੂਡੈਂਟ ਨੂੰ ਜੋ ਹੁਣ ਸਟੂਡੈਂਟਸ ਜਾ ਰਹੇ ਨੇ, ਜੋ ਸਟੂਡੈਂਟ ਬੈਚਲਰ ਆਫ ਨਰਸਿੰਗ ਲੈਂਦੇ ਨੇ ਤਾਂ ਸਟੂਡੈਂਟ ਨੂੰ ਜੋ ਹੈਗਾ ਐਡੀਸ਼ਨਲ ਪੋਸਟ ਸਟੱਡੀ ਵਰਕ ਰਾਈਟਸ ਮਿਲਣਗੇ ਜਦੋਂ ਉਹਦੀ ਸਟੱਡੀ ਕੰਪਲੀਟ ਹੋ ਜਾਏਗੀ। ਮਤਲਬ ਕਿ ਉਹ ਸਟੂਡੈਂਟ ਨੂੰ ਜੋ ਹੈਗਾ 4 ਸਾਲ ਦਾ ਵਰਕ ਪਰਮਿਟ ਮਿਲੇਗਾ ਕਿਉਂਕਿ ਪਹਿਲਾਂ ਸਿਰਫ 2 ਇਅਰਸ ਦਾ ਹੁੰਦਾ ਸੀ, ਹੁਣ 2 ਇਅਰਸ ਦਾ ਐਡੀਸ਼ਨਲ ਮਿਲੇਗਾ, ਸੋ 4 ਇਅਰਸ ਦਾ ਵਰਕ ਪਰਮਿਟ ਹੋਏਗਾ। ਐਂਡ ਸੇਮ ਹੀ ਥਿੰਗ ਜੋ ਸਟੂਡੈਂਟ ਮਾਸਟਰਸ ਲਈ ਜਾ ਰਹੇ ਨੇ ਤੇ ਜੋ ਉਹਨਾਂ ਨੇ ਲਿਸਟ ਜਾਰੀ ਕੀਤੀ ਹੈ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ, ਉਸ ਦੇ ਅਕੋਰਡਿੰਗਲੀ ਮਾਸਟਰਸ ਦੇ ਆਪਣੇ ਕੋਰਸਿਸ ਲੈਂਦੇ ਨੇ ਤਾਂ ਉਹਨਾਂ ਸਟੂਡੈਂਟ ਨੂੰ ਐਡੀਸ਼ਨਲ 2 ਸਾਲ ਦਾ ਵਰਕ ਪਰਮਿਟ ਮਿਲੇਗਾ। ਜਿੱਦਾਂ ਕਿ ਪਹਿਲਾਂ ਉਹਨਾਂ ਨੂੰ 3 ਸਾਲ ਦਾ ਮਿਲਦਾ ਸੀਗਾ ਤੇ ਹੁਣ 2 ਸਾਲ ਦਾ ਐਡੀਸ਼ਨਲ ਮਿਲੇਗਾ। ਮਤਲਬ ਟੋਟਲ 5 ਇਅਰਸ ਦਾ ਜੋ ਹੈਗਾ ਵਰਕ ਪਰਮਿਟ ਮਿਲੇਗਾ। ਤਾਂ ਇਹ ਜੋ ਹੈ ਬੈਨੀਫਿਟ ਆਸਟ੍ਰੇਲੀਅਨ ਡਿਪਾਰਟਮੈਂਟ ਆਫ ਹੋਮ ਅਫੇਅਰਸ ਜੋ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ ਦੇ ਰਹੇ ਨੇ ਸੋ ਦੈਟ ਕਿ ਸਟੂਡੈਂਟ ਜੋ ਹੈਗੇ ਪਰਟੀਕੂਲਰ ਕੋਰਸਿਸ ਦੇ ਵਿੱਚ ਜੋ ਹੈਗਾ ਐਡਮਿਸ਼ਨ ਲੈ ਕੇ ਇੱਕ ਤਾਂ ਆਪਣਾ ਐਡੀਸ਼ਨਲ 2 ਇਅਰਸ ਦਾ ਪੋਸਟ ਸਟੱਡੀ ਵਰਕ ਪਰਮਿਟ ਦੇ ਰਹੀ ਹੈ ਐਮਬੈਸੀ, ਉਸ ਚੀਜ਼ ਦਾ ਬੈਨੀਫਿਟ ਲੈ ਸਕਣ। ਪਲੱਸ ਜੇ ਸਟੂਡੈਂਟ ਇਸ PHPGWP ਦਾ ਜੇ ਬੈਨੀਫਿਟ ਲੈਂਦਾ ਤਾਂ ਸਟੂਡੈਂਟ ਲਈ ਜੋ PR ਹੋਏਗੀ ਉਹ ਬਹੁਤ ਈਜ਼ੀ ਹੋ ਜਾਏਗੀ। ਐਂਡ ਸੈਕਿੰਡ ਜੋ ਅਨਾਊਂਸਮੈਂਟ ਹੈਗੀ ਹੈ, ਜੋ ਪਾਲਿਸੀ ਚੇਂਜ ਹੋ ਜਾਏਗੀ 1 ਜੁਲਾਈ 2023 ਤੋਂ, ਉਹ ਹੈਗੀ ਹੈ ਪਾਰਟ ਟਾਈਮ ਵਰਕ ਨੂੰ ਲੈ ਕੇ। ਪਹਿਲਾਂ ਪਾਰਟ ਟਾਈਮ ਵਰਕ ਜੋ ਹੈਗਾ 40 ਆਵਰਸ ਦਾ ਹੁੰਦਾ ਸੀਗਾ, ਹੁਣ ਜੋ ਹੈ 40 ਆਵਰਸ ਤੋਂ 48 ਆਵਰਸ ਹੋ ਚੁੱਕਿਆ ਹੈ। ਸੋ ਜੋ ਵੀ ਇੰਟਰਨੈਸ਼ਨਲ ਸਟੂਡੈਂਟਸ ਜੋ ਹੈਗੇ ਹੁਣ ਤੋਂ ਜਾਣਗੇ ਉਹ ਸਟੂਡੈਂਟ ਜੋ ਹੈਗਾ 48 ਪਰ ਵੀਕ ਜੋ ਹੈਗੇ ਕੰਮ ਕਰ ਸਕਦੇ ਨੇ ਕਿਉਂਕਿ ਜੋ ਪਹਿਲਾਂ ਫੁੱਲ ਟਾਈਮ ਦਾ ਇਹਨਾਂ ਦਾ ਪਾਰਟ ਟਾਈਮ ਵਰਕ ਜੋ ਸੀਗਾ ਇਹਨਾਂ ਨੇ ਫੁੱਲ ਟਾਈਮ ਕਰਤਾ ਸੀਗਾ, ਹੁਣ ਉਹ 30 ਜੂਨ ਤੋਂ ਬੰਦ ਹੋ ਜਾਏਗਾ। ਨਿਊ ਪਾਲਿਸੀ ਦੇ ਅਕੋਰਡਿੰਗਲੀ ਸਟੂਡੈਂਟ 48 ਆਵਰਸ ਪਰ ਫੋਰਟਨਾਈਟ ਜੋ ਹੈ ਕੰਮ ਕਰ ਸਕਦਾ। ਜੀ ਠੀਕ ਹੈ, ਬਿਲਕੁਲ। ਸੋ ਜ਼ਰੂਰ ਇਹ ਸਾਰੀ ਇਨਫੋਰਮੇਸ਼ਨ ਨੂੰ ਵੀ ਧਿਆਨ ਵਿੱਚ ਤੁਸੀਂ ਸਾਰੇ ਸਟੂਡੈਂਟਸ ਜ਼ਰੂਰ ਰੱਖੋ। ਸੋ ਅਗਲਾ ਜਿਹੜਾ ਟੌਪਿਕ ਹੈ ਜਿਸ ਦੇ ਉੱਪਰ ਬਹੁਤ ਧਿਆਨ ਦੇਣਾ ਹੈ, ਰਿਫਿਊਜ਼ਲਸ ਜਿਨ੍ਹਾਂ ਦੀ ਆਸਟ੍ਰੇਲੀਆ ਤੋਂ ਆ ਰਹੀ ਹੈ, ਆਖਿਰ ਕਿਹੜੇ ਰੀਜ਼ਨਸ ਤੋਂ ਆ ਰਹੀ ਹੈ। ਸੋ ਕਾਫੀ ਚੀਜ਼ਾਂ ਜਾਂਚਣ ਪਰਖਣ ਤੋਂ ਬਾਅਦ SOP ਔਰ GTE ਦੇ ਵਿੱਚ ਕੁਝ ਚੇਂਜਸ ਅਗਰ ਕੀਤੀਆਂ ਜਾਣ, ਸਹੀ ਢੰਗ ਨਾਲ ਜੋ ਹੈ ਰਿਪਰੈਜ਼ੈਂਟ ਕੀਤੀਆਂ ਜਾਣ ਤਾਂ ਤੁਹਾਨੂੰ ਇੱਥੇ ਚੰਗੇ ਰਿਜ਼ਲਟ ਮਿਲ ਸਕਦੇ ਨੇ। ਸੋ ਹਰਪ੍ਰੀਤ, ਇੱਥੇ ਆਪਾਂ ਪਹਿਲਾਂ ਗੱਲ ਹੁਣ SOP ਦੀ ਕਰਦੇ ਹਾਂ। SOP ਵਿੱਚ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਕਿ SOP ਇੰਨੀ ਸਟਰੋਂਗ ਬਣੇ, ਘੱਟੋ ਘੱਟ SOP ਜਿਹੜਾ ਇੱਕ ਰੀਜ਼ਨ ਰਿਫਿਊਜ਼ਲ ਦਾ ਨਾ ਬਣੇ ਬਲਕਿ ਵੀਜ਼ਾ ਲੱਗਣ ਦਾ ਰੀਜ਼ਨ ਬਣੇ। ਬਿਲਕੁਲ, ਇਸ ਟਾਈਮ ਦੇ ਉੱਤੇ ਜੇ ਆਪਾਂ ਸਟੇਟਮੈਂਟ ਆਫ ਪਰਪਸ ਦੀ ਗੱਲ ਕਰੀਏ ਜੋ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਹੀ ਮੇਜਰ ਰੋਲ ਪਲੇ ਕਰਦਾ ਇੱਕ ਸਟੂਡੈਂਟ ਦੇ ਵੀਜ਼ਾ ਗ੍ਰਾਂਟ ਲਈ, ਤੇ ਇਸ ਟਾਈਮ ਦੇ ਉੱਤੇ ਜਿੰਨੇ ਵੀ ਮੈਂ ਰਿਫਿਊਜ਼ਲਸ ਲੈਟਰ ਦੇਖੇ ਨੇ ਉਹਦੇ ਵਿੱਚ ਇੱਕ ਮੇਨ ਰੀਜ਼ਨ ਬਹੁਤ ਜ਼ਿਆਦਾ ਹੈਗਾ। ਇੱਕ ਤਾਂ ਸਟਰੋਂਗ ਇਨਸੈਂਟਿਵ ਟਾਈਜ਼ ਟੂ ਯੋਰ ਹੋਮ ਕੰਟਰੀ ਐਂਡ ਸੈਕਿੰਡ ਇਜ਼ ਤੁਹਾਡੀ ਸਟੇਟਮੈਂਟ ਆਫ ਪਰਪਸ ਦੇ ਵਿੱਚ ਜੋ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਆਪਣੀ ਕਰੀਅਰ ਅਪੋਰਚੁਨਿਟੀਜ਼ ਨੂੰ ਲੈ ਕੇ, ਕਿਉਂਕਿ ਇਹ ਦੋ ਚੀਜ਼ਾਂ ਦੇ ਉੱਤੇ ਮੈਕਸਿਮਮ ਸਟੂਡੈਂਟ ਦੇ ਰਿਫਿਊਜ਼ਲਸ ਨੇ ਆਸਟ੍ਰੇਲੀਆ ਦੇ।
ਸਟੂਡੈਂਟਸ ਕੀ ਲਿਖ ਰਹੇ ਨੇ ਆਪਣੀ ਕਰੀਅਰ ਓਪਰਚੁਨਿਟੀਜ਼ ਬਾਰੇ ਕਿ ਫੋਰ ਐਗਜ਼ਾਮਪਲ ਜੇ ਕਿਸੇ ਸਟੂਡੈਂਟ ਨੇ ਬੈਚਲਰ ਆਫ ਇਨਫੋਰਮੇਸ਼ਨ ਟੈਕਨੋਲੋਜੀ ਆਸਟ੍ਰੇਲੀਆ ਦੇ ਵਿੱਚ ਪੜ੍ਹਨ ਜਾ ਰਿਹਾ ਹੈ ਕਿਸੇ ਪਾਰਟਿਕੂਲਰ ਯੂਨੀਵਰਸਿਟੀ ਦੇ ਵਿੱਚ ਤੇ ਆਪਣੀ ਐਸਓਪੀ ਦੇ ਵਿੱਚ ਸਟੂਡੈਂਟ ਲਿਖ ਰਿਹਾ ਹੈ ਕਿ ਮੈਂ ਵਾਪਸ ਆਊਂਗਾ ਇੰਡੀਆ ਦੇ ਵਿੱਚ ਤੇ ਇੰਡੀਆ ਦੇ ਵਿੱਚ ਜੋ ਹੈਗਾ ਮੈਂ ਗੂਗਲ, ਇਨਫੋਸਿਸ, ਵਿਪਰੋ, ਐਸੈਂਚਰ ਤੇ ਬਹੁਤ ਬੜੀ ਜੋ ਕੰਪਨੀਜ਼ ਹੈਗੀਆਂ ਉਸ ਕੰਪਨੀ ਦੇ ਵਿੱਚ ਜੋ ਹੈਗਾ ਮੈਂ ਨੈਟਵਰਕ ਐਡਮਿਨਿਸਟ੍ਰੇਟਰ ਜਾਂ ਐਜ਼ ਅ ਮੈਨੇਜਰੀਅਲ ਪੋਜੀਸ਼ਨ ਦੇ ਉੱਤੇ ਜੁਆਇਨ ਕਰੂੰਗਾ। ਇਹ ਇਨਫੋਰਮੇਸ਼ਨ ਜੋ ਹੈਗੀ ਹੈ ਵਿਦਆਊਟ ਐਵੀਡੈਂਸ ਜੋ ਹੈਗਾ ਬਿਲਕੁਲ ਹੀ ਵੇਗ ਇਨਫੋਰਮੇਸ਼ਨ ਹੈ ਔਰ ਕਿਤੇ ਨਾ ਕਿਤੇ ਕੇਸ ਆਫਿਸਰ ਸਟੂਡੈਂਟ ਦੇ ਰਿਫਿਊਜ਼ਲ ਦੇ ਵਿੱਚ ਲਿਖ ਰਿਹਾ ਹੈ ਕਿ ਜੋ ਤੁਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਹੋ ਔਰ ਜੋ ਤੁਹਾਡੇ ਐਕੈਡੈਮਿਕਸ ਔਰ ਪ੍ਰੀਵੀਅਸ ਬੈਕਗਰਾਉਂਡ ਹੈ ਪਲੱਸ ਜੋ ਤੁਸੀਂ ਆਪਣੀ ਐਜੂਕੇਸ਼ਨ ਆਸਟ੍ਰੇਲੀਆ ਦੇ ਵਿੱਚ ਲਓਗੇ ਉਹ ਸਾਰੀ ਜੋ ਹੈ ਮੈਚ ਨਹੀਂ ਕਰ ਰਹੀ। ਮੈਚ ਕਿਉਂ ਨਹੀਂ ਕਰ ਰਹੀ? ਉਹਨਾਂ ਨੂੰ ਬਿਲਕੁਲ ਉਹ ਇਨਫੋਰਮੇਸ਼ਨ ਵੇਗ ਲੱਗ ਰਹੀ ਹੈ ਕਿਉਂਕਿ ਸਟੂਡੈਂਟ ਨੇ ਆਪਣਾ ਸਟਰਗਲ ਦਿਖਾਇਆ ਹੀ ਨਹੀਂ ਹੈਗਾ ਉਸ ਦੇ ਵਿੱਚ। ਐਸਓਪੀ ਦੇ ਵਿੱਚ ਕੋਈ ਸਟਰਗਲ ਨਹੀਂ ਦਿਖਾਇਆ ਕਿ ਮੈਂ ਸਭ ਤੋਂ ਪਹਿਲਾਂ ਜੋ ਹੈ ਆਸਟ੍ਰੇਲੀਆ ਤੋਂ ਆਪਣੀ ਸਟੱਡੀ ਕੰਪਲੀਟ ਕਰੂੰਗਾ, ਉਸ ਤੋਂ ਬਾਅਦ ਮੈਂ ਉੱਥੇ ਆਪਣਾ 2 ਇਅਰਸ ਦਾ ਜੋ ਮੈਨੂੰ ਵਰਕ ਰਾਈਟਸ ਮਿਲਣਗੇ ਉਸ ਦੇ ਵਿੱਚ ਮੈਂ ਆਪਣਾ ਇੰਟਰਨੈਸ਼ਨਲ ਐਕਸਪੋਜ਼ਰ ਲਊਂਗਾ। ਦੈਨ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਆ ਕੇ ਮੇਰੇ ਲਈ ਕਿਸ ਡੈਜ਼ਿਗਨੇਸ਼ਨ ਦੀ ਜੋ ਜੌਬਸ ਅਵੇਲੇਬਲ ਹੋਣਗੀਆਂ ਜਦੋਂ ਵੀ ਮੈਂ ਆਊਂਗਾ। ਫੋਰ ਐਗਜ਼ਾਮਪਲ ਜਿੱਦਾਂ ਕਿ ਮੈਂ ਹਮੇਸ਼ਾ ਬੋਲਦੀ ਹਾਂ ਕਿ ਜਦੋਂ ਵੀ ਸਟੂਡੈਂਟ ਆਪਣੀ ਐਸਓਪੀ ਲਿਖ ਰਹੇ ਨੇ ਐਸਓਪੀ ਦੇ ਵਿੱਚ ਹਮੇਸ਼ਾ ਪਹਿਲਾਂ ਤੁਸੀਂ ਆਪਣੀ ਰਿਸਰਚ ਨੂੰ ਜ਼ਰੂਰ ਰੱਖੋ। ਰਿਸਰਚ ਦੇ ਵਿੱਚ ਕੋਈ ਵੀ ਵੇਗ ਇਨਫੋਰਮੇਸ਼ਨ ਨਾ ਦਿਓ ਕਿ ਮੈਂ ਮੈਨੇਜਰੀਅਲ ਪੋਜੀਸ਼ਨ ਤੇ ਪਹੁੰਚ ਜਾਊਂਗਾ ਇਹ ਡਿਗਰੀ ਕਰਕੇ ਜਾਂ ਮੈਂ ਵਟ ਐਵਰ ਪੋਜੀਸ਼ਨ ਟॉप ਪੋਜੀਸ਼ਨ ਤੇ ਪਹੁੰਚ ਜਾਊਂਗਾ। ਤਾਂ ਇੱਕ ਸਟੂਡੈਂਟ ਦਾ नहीं पहुंच सकता एकदम से एक डिग्री करके स्टूडेंट एकदम से एक बड़ी पोजीशन ते नहीं पहुंच सकता। तो जो भी तुसी अपनी एसओपी दे विच लिख रहे हो एंड जो स्टूडेंट अपनी हजे फाइल लगाएंगे तो मैं ये इन्फॉर्मेशन देना चाहूँगी कि अपनी एसओपी दे अंदर करियर अपॉर्चुनिटीज़ दे विच थोड़ा जा स्ट्रगल दिखाओ, थोड़े जे एविडेंसिस प्रूफ लगाओ। फॉर एग्जाम्पल जो तुसी सोच रहे हो कि मैं इंडिया आके गूगल दे विच काम करूँगा तो गूगल दे विच तुहाडे लई किहड़ी पोजीशनस ओपन होणगियां उस पर्टिकुलर डिग्री दे नाल जो डिग्री कंप्लीट कर दो कि जे तुसी किसी मैनेजरीअल पोजीशन ते जाने हो तुहानूं कितना एक्सपीरियंस रिक्वायर्ड होएगा एंड तुहानूं किहड़ी क्वालिफिकेशन रिक्वायर्ड होएगी तो उस चीज़ की रिसर्च करके तुसी उस पोजीशन बारे लिखो सो दैट कि एक केस ऑफिस जो है कन्विंस हो जाए कि स्टूडेंट ने एक्चुअल रिसर्च की है तो इस जे स्टूडेंट ये डिग्री आस्ट्रेलिया तो करता है तो स्टूडेंट जो है ईजिली इस पोजीशन के उत्ते इन्ने एक्सपीरियंस के नाल काम कर सकता। जी बिल्कुल सही तुसी गल कही है। सो खुद स्टूडेंट्स का रिसर्च वर्क भी होना बहुत ज़रूरी है ताकि तुसी जो भी एसओपी लिख रहे हो उसनों जैनुअन वे दे नाल तुसी समझा सको अंबैसी नूं ताकि वीज़ा ऑफिसर जस्टिफाई करे कि वाकई स्टूडेंट जिहड़ा है वो जो सोचता है करना चाहता है तो उसदे लई रिसर्च वर्क या हार्ड वर्क भी कर रहा है। सो हरप्रीत दूजा अगर आप पॉइंट जीटी का देखते हैं हालांकि समा साडे कोल घट है सो जीटी नूं लैके इत्थे किहड़ी गल्लां दा ध्यान स्टूडेंट ने जरूर रखना है ताकि जीटी टाइमली भी क्लीयर होवे ते रिफ्यूजल ਦਾ ਰੀਜ਼ਨ ਨਾ ਬਣੇ। ਬਿਲਕੁਲ ਜੀਟੀ ਜੋ ਹੈਗਾ ਇਹ ਬਹੁਤ ਕਨਫਿਊਜ਼ਨ ਹੁੰਦੀ ਹੈ ਸਟੂਡੈਂਟ ਨੂੰ ਕਿ ਜੀਟੀ ਸਿਰਫ ਯੂਨੀਵਰਸਿਟੀ ਦਾ ਪਾਰਟ ਹੈ ਜਾਂ ਸਿਰਫ ਕਾਲਜ ਦਾ ਪਾਰਟ ਹੈ। ਤਾਂ ਮੈਂ ਚੀਜ਼ਾਂ ਕਲੀਅਰ ਕਰਨਾ ਚਾਹੂੰਗੀ ਕਿ ਜੋ ਤੁਹਾਡੀ ਜੀਟੀ ਹੈਗੀ ਹੈ ਇਹ ਜੀਟੀ ਪੈਰਾਮੀਟਰਸ ਨੂੰ ਐਮਬੈਸੀ ਵੀ ਫੋਲੋ ਕਰਦੀ ਹੈ ਐਂਡ ਯੂਨੀਵਰਸਿਟੀ ਔਰ ਕਾਲਜਸ ਵੀ ਫੋਲੋ ਕਰਦੇ ਨੇ ਕਿਉਂਕਿ ਉਹਨਾਂ ਨੇ ਹਮੇਸ਼ਾ ਜੀਟੀ ਦੇ ਵਿੱਚ ਇਹੀ ਦੇਖਣਾ ਤੁਸੀਂ ਕੀ ਡਾਕੂਮੈਂਟਸ ਲਗਾ ਰਹੇ ਹੋ ਔਰ ਕਿਸ ਤਰੀਕੇ ਨਾਲ ਤੁਸੀਂ ਆਪਣੇ ਡਾਕੂਮੈਂਟਸ ਤੇ ਐਵੀਡੈਂਸਿਸ ਪ੍ਰੂਫਸ ਦੇ ਰਹੇ ਹੋ। जिस तरीके नाल इस टाइम के उत्ते स्ट्रिक्टनेस है 5 रीजनस ਲਈ ਜਿਹਦੇ ਵਿੱਚ ਕਿ ਪੰਜਾਬ ਐਂਡ ਹਰਿਆਣਾ भी आंदा ਤਾਂ इन रीजनस ਤੋਂ जो स्टूडेंट अपनी फाइल लगा रहे ने अपने इनकम डॉक्यूमेंटेशन दे रहे ने क्योंकि ये स्टूडेंट कहता है कि मेरे अकैडमिक अच्छे सी आयल्स अच्छे सी स्टिल रिफ्यूज हो गया तो मैं ये चीज़ बोलूँगी कि किते ना किते स्टूडेंट के जो इनकम डॉक्यूमेंट्स हैं या जो फाइनैंशियल स्थिति ने ਉਹਦੇ ਵਿੱਚ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਹੈ। ਇਸੇ ਕਰਕੇ ਮੋਸਟਲੀ ਸਟੂਡੈਂਟ ਦੇ ਐਪਲੀਕੇਸ਼ਨਸ ਰਿਫਿਊਜ਼ਡ ਹੋ ਜਾਂਦੇ ਆ ਜਾਂ ਯੂਨੀਵਰਸਿਟੀ ਤੋਂ ਜੀਟੀ ਰਿਜੈਕਟ ਹੋ ਜਾਂਦੀ ਹੈ। ਤਾਂ ਹੁਣ ਜੀਟੀ ਦੇ ਵਿੱਚ ਮੈਂ ਇੱਕ ਐਗਜ਼ਾਮਪਲ ਲੈਣਾ ਚਾਹੂੰਗੀ ਕਿ ਫੋਰ ਐਗਜ਼ਾਮਪਲ ਸਟੂਡੈਂਟ ਜੋ ਹੈਗੇ ਆ ਆਪਣੀ ਇਨਕਮ ਡਾਕੂਮੈਂਟਸ ਦੇ ਰਹੇ ਨੇ। ਇਨਕਮ ਡਾਕੂਮੈਂਟ ਦੇ ਵਿੱਚ ਮੋਸਟਲੀ ਆਪਾਂ ਦੇਖੀਏ ਤਾਂ ਪੰਜਾਬ ਐਂਡ ਹਰਿਆਣਾ ਦੇ ਵਿੱਚ ਐਗਰੀਕਲਚਰ ਸਭ ਤੋਂ ਜ਼ਿਆਦਾ ਜਾਂ ਡੇਅਰੀ ਬਿਜ਼ਨਸ ਸਭ ਤੋਂ ਜ਼ਿਆਦਾ ਹੈਗਾ ਜਾਂ ਕੋਈ ਹੋਰ ਫਾਰਮ ਦਾ ਬਿਜ਼ਨਸ ਜੋ ਹੈਗਾ ਛੋਟੇ ਬਿਜ਼ਨਸ ਸਮਾਲ ਸਕੇਲ ਬਿਜ਼ਨਸ ਹੁੰਦਾ ਉਹ ਬਹੁਤ ਜ਼ਿਆਦਾ ਹੈਗੇ ਨੇ। ਤਾਂ ਆਪਣੇ ਇੱਥੇ ਜਿੱਦਾਂ ਫਾਰਮਰਸ ਹੈਗੇ ਨੇ ਜਾਂ ਡੇਅਰੀ ਬਿਜ਼ਨਸ ਵਾਲੇ ਹੈਗੇ ਨੇ ਤਾਂ ਜੋ ਆਪਣੀ ਐਗਰੀਕਲਚਰ ਇਨਕਮ ਦਿਖਾ ਰਿਹਾ ਜਾਂ ਆਪਣਾ ਕੋਈ ਡੇਅਰੀ ਬਿਜ਼ਨਸ ਦਾ ਦਿਖਾ ਰਿਹਾ ਤਾਂ ਆਪਣੀ ਡੇਅਰੀ ਬਿਜ਼ਨਸ ਦੇ ਨਾਲ ਨਾਲ ਤੁਸੀਂ ਵੈਟਰਨਰੀ ਡਾਕਟਰ ਦਾ ਜੇ ਸਰਟੀਫਿਕੇਟ ਲਗਾ ਰਹੇ ਹੋ ਤਾਂ ਉਹਦੇ ਨਾਲ ਤੁਸੀਂ ਹੋਰ ਐਵੀਡੈਂਸਿਸ ਵੀ ਪ੍ਰੋਵਾਈਡ ਕਰੋ ਕਿਉਂਕਿ ਜੇ ਤੁਹਾਡੇ ਕੋਲ ਐਨੀਮਲਸ ਹੈਗੇ ਨੇ ਤਾਂ ਤੁਸੀਂ ਐਨੀਮਲਸ ਦੀ ਇੰਸ਼ੋਰੈਂਸ ਵੀ ਕਰਵਾਉਂਦੇ ਹੋਵੋਗੇ ਐਂਡ ਐਨੀਮਲਸ ਦੀ ਇਲਾਜ ਵੀ ਕਰਵਾਉਂਦੇ ਹੋਵੋਗੇ ਜਾਂ ਤੁਸੀਂ ਉਹਨਾਂ ਦਾ ਚੈੱਕਅਪ ਕਰਾਉਂਦੇ ਹੋਗੇ ਉਹਨਾਂ ਦੀ ਰਿਪੋਰਟਸ ਹੋਣਗੀਆਂ ਤੁਹਾਡੇ ਕੋਲ ਜਾਂ ਜੇ ਤੁਸੀਂ ਦੁੱਧ ਵਗੈਰਾ ਵੇਚਦੇ ਹੋ ਤਾਂ ਉਹਦੀ ਵੀ ਕੋਈ ਸਲਿਪਸ ਜੋ ਹੈ ਤੁਸੀਂ ਮੇਨਟੇਨ ਕਰਕੇ ਰੱਖੀਆਂ ਹੋਣੀਆਂ। ਜੇ ਤੁਸੀਂ ਉਹ ਚੀਜ਼ਾਂ ਵੀ ਆਪਣੀ ਫਾਈਲ ਦੇ ਵਿੱਚ ਐਡੀਸ਼ਨਲ ਲਗਾ ਦਿੰਦੇ ਹੋ ਜੋ ਕਿ ਇੱਕ ਬਹੁਤ ਹੀ ਸਟਰੋਂਗ ਪ੍ਰੂਫ ਹੋ ਜਾਏਗਾ ਬਹੁਤ ਹੀ ਸਟਰੋਂਗ ਐਵੀਡੈਂਸ ਹੋ ਜਾਏਗਾ ਐਂਡ ਆਈ ਐਮ ਸ਼ੋਰ ਇਸ ਦੇ ਉੱਤੇ ਕਦੇ ਵੀ ਐਮਬੈਸੀ
ਸਟੂਡੈਂਟ ਨੂੰ ਰਿਜੈਕਟ ਨਹੀਂ ਕਰ ਸਕਦੀ। ਐਂਡ ਇਹ ਸਿਰਫ ਡੇਅਰੀ ਬਿਜ਼ਨਸ ਦਾ ਐਗਜ਼ਾਮਪਲ ਸੀਗਾ, ਐਗਰੀਕਲਚਰ ਦੇ ਵਿੱਚ ਵੀ, ਬਿਜ਼ਨਸ ਦੇ ਵਿੱਚ ਵੀ ਤੁਸੀਂ ਇੱਦਾਂ ਦੇ ਬਹੁਤ ਸਾਰੇ ਐਗਜ਼ਾਮਪਲਸ ਜੋ ਹੈਗੇ ਆ ਦੇ ਸਕਦੇ ਹੋ। ਇਹ ਬਹੁਤ ਸਾਰੇ ਐਵੀਡੈਂਸਿਸ ਜੋ ਹੈ ਪ੍ਰੋਵਾਈਡ ਕਰ ਸਕਦੇ ਹੋ। ਫॉर ਐਗਜ਼ਾਮਪਲ ਕਿਸੇ ਦੀ ਮੈਨੂਫੈਕਚਰਿੰਗ ਕੰਪਨੀ ਹੈ ਤਾਂ ਉਹਨਾਂ ਨੇ ਉਹਦੇ 'ਤੇ ਇੰਸ਼ੋਰੈਂਸ ਕਰਵਾਇਆ ਹੋਏਗਾ ਐਂਡ ਉਹਨਾਂ ਦੀ ਬੈਲੈਂਸ ਸ਼ੀਟ ਵੀ ਬਣਦੀ ਹੋਏਗੀ, ਤਾਂ ਤੁਸੀਂ ਉਹ ਵੀ ਐਡੀਸ਼ਨਲ ਜੋ ਡਾਕੂਮੈਂਟਸ ਹੈ ITR ਦੇ ਨਾਲ ਲਗਾ ਸਕਦੇ ਹੋ ਸੋ ਦੈਟ ਕਿ ਤੁਹਾਡੀ GT ਵੀ ਕਦੇ ਰਿਜੈਕਟ ਨਹੀਂ ਹੋਏਗੀ, ਪਲੱਸ ਇਸ ਦੇ ਉੱਤੇ ਤੁਹਾਡਾ ਕੋਈ ਵੀਜ਼ਾ ਵੀ ਰਿਫਿਊਜ਼ ਨਹੀਂ ਹੋਏਗਾ। ਜੀ ਬਿਲਕੁਲ। ਸੋ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਇਹਨਾਂ ਵੀਡੀਓਜ਼ ਜ਼ਰੀਏ ਅਸੀਂ ਤੁਹਾਨੂੰ ਅਵੇਅਰ ਕਰ ਸਕੀਏ ਕਿ ਕਿਹੜੇ ਪੁਆਇੰਟਸ ਤੇ ਤੁਸੀਂ ਮਿਹਨਤ ਕਰਨੀ ਹੈ, ਗਲਤੀਆਂ ਨਹੀਂ ਕਰਨੀਆਂ ਜੇਕਰ ਤੁਸੀਂ ਸਕਸੈਸਫੁਲੀ ਆਪਣਾ ਵੀਜ਼ਾ ਲੈਣਾ ਚਾਹੁੰਦੇ ਹੋ। ਸੋ ਬਹੁਤ ਬਹੁਤ ਥੈਂਕਸ ਹਰਪ੍ਰੀਤ, ਤੁਸੀਂ ਬਹੁਤ ਚੰਗੇ ਢੰਗ ਦੇ ਨਾਲ ਇੱਕ ਪੁਆਇੰਟ ਜੋ ਹੈ ਸਟੂਡੈਂਟਸ ਨੂੰ ਕਲੀਅਰ ਕੀਤਾ ਹੈ ਤੇ ਅੱਗੋਂ ਵੀ ਅਸੀਂ ਇਸੇ ਤਰੀਕੇ ਨਾਲ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ।